ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਪਾਇਲਟਾਂ ਦੀ ਘਾਟ ਦੇ ਚੱਲਦਿਆਂ 에ਅਰ ਕੈਨੇਡਾ ਨੇ ਕੈਲਗਰੀ ਤੋਂ 6 ਅਹਿਮ ਹਵਾਈ ਰੂਟਸ ਬੰਦ ਕਰਨ ਦਾ ਲਿਆ ਫੈਸਲਾ। ਅਕਤੂਬਰ ਦੇ ਅੰਤ ਤੱਕ ਕੈਲਗਰੀ ਤੋਂ ਓਟਾਵਾ, ਹੈਲੀਫੈਕਸ, ਲਾਸ ਐਂਜਲਸ, ਹੋਨੋਲੁਲੂ, ਕਾਰਕੂਨ ਅਤੇ ਫਰੈਂਕਫਰਟ ਦੀਆਂ ਸਿੱਧੀਆਂ ਉਡਾਣਾਂ ਕਰ ਦਿੱਤੀਆਂ ਜਾਣਗੀਆਂ ਬੰਦ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਹਫ਼ਤੇ ਇੰਡੋਨੇਸ਼ੀਆ, ਸਿੰਗਾਪੁਰ ਤੇ ਭਾਰਤ ਦੇ ਦੌਰੇ ਤੇ। ਇਸ ਯਾਤਰਾ 'ਚ ਭਾਰਤ 'ਚ ਚੱਲ ਰਿਹਾ G20 ਸੰਮੇਲਨ ਵੀ। ਇੰਡੋਨੇਸ਼ੀਆ ਦੇ ਜਕਾਰਟਾ 'ਚ ਪ੍ਰਧਾਨ ਮੰਤਰੀ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ ਦੀ ਬੈਠਕ 'ਚ ਹੋਣਗੇ ਸ਼ਾਮਲ। ਟੋਰਾਂਟੋ ਦੇ ਨਜ਼ਦੀਕ ਪੈਂਦੇ ਹਾਲਟਨ 'ਚ ਸੜਕ ਦੇ ਆਲੇ ਦੁਆਲੇ ਹਰ ਥਾਂ ਤੇ ਮਧੂ ਮੱਖੀਆਂ ਨੇ ਕੀਤਾ ਆਪਣਾ ਕਬਜ਼ਾ। ਇੱਕ ਟ੍ਰੇਲਰ 'ਚੋਂ 50 ਲੱਖ ਮਧੂ ਮੱਖੀਆਂ ਨਾਲ ਭਰੇ ਹੋਏ ਬਕਸੇ ਸੜਕ ਤੇ ਡਿੱਗਣ ਕਾਰਨ ਬਣੇ ਅਜਿਹੇ ਹਾਲਾਤ। ਜੰਗਲ ਦੀ ਅੱਗ ਦੇ ਚੱਲਦਿਆਂ ਉੱਤਰੀ ਪੱਛਮੀ ਪ੍ਰਦੇਸ਼ਾਂ 'ਚ ਐਮਰਜੈਂਸੀ ਦੀ ਸਥਿਤੀ ਨੂੰ 11 ਸਤੰਬਰ ਤੱਕ ਵਧਾਇਆ। ਖੇਤਰੀ ਸਰਕਾਰ ਨੇ 15 ਅਗਸਤ ਨੂੰ ਐਮਰਜੈਂਸੀ ਦੀ ਸਥਿਤੀ ਦਾ ਕੀਤਾ ਸੀ ਐਲਾਨ। ਪਾਇਲਟਾਂ ਦੀ ਘਾਟ ਦੇ ਚੱਲਦਿਆਂ 에ਅਰ ਕੈਨੇਡਾ ਨੇ ਕੈਲਗਰੀ ਤੋਂ 6 ਅਹਿਮ ਹਵਾਈ ਰੂਟਸ ਬੰਦ ਕਰਨ ਦਾ ਫੈਸਲਾ ਲਿਆ ਹੈ। ਬੁੱਧਵਾਰ ਨੂੰ 에ਅਰਲਾਈਨਸ ਨੇ ਪੁਸ਼ਟੀ ਕੀਤੀ ਹੈ ਕਿ ਅਕਤੂਬਰ ਦੇ ਅੰਤ ਤੱਕ ਕੈਲਗਰੀ ਤੋਂ ਓਟਾਵਾ, ਹੈਲੀਫੈਕਸ, ਲਾਸ ਐਂਜਲਸ, ਹੋਨੋਲੁਲੂ, ਕਾਨਕੂਨ ਅਤੇ ਫਰੈਂਕਫਰਟ ਦੀਆਂ ਸਿੱਧੀਆਂ ਉਡਾਣਾਂ ਬੰਦ ਕਰ ਦਿੱਤੀਆਂ ਜਾਣਗੀਆਂ। 에ਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ਪੈਟਰਿਕ ਦਾ ਕਹਿਣਾ ਹੈ ਕਿ 에ਅਰ ਕੈਨੇਡਾ ਕੈਲਗਰੀ ਅਤੇ ਪੱਛਮੀ ਕੈਨੇਡਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ਸਰਦੀਆਂ ਦੇ ਸੀਜ਼ਨ ਦੌਰਾਨ ਕੈਲਗਰੀ ਤੋਂ ਹਰ ਹਫ਼ਤੇ ਲਗਭਗ 10,000 ਸੀਟਾਂ ਦੀ ਪੇਸ਼ਕਸ਼ ਰਹੇਗੀ। ਇੰਟਰਨੈਸ਼ਨਲ ਕੰਸਲਟੈਂਸੀ ਫਰਮ ਓਲੀਵਰ ਵਾਈਮੈਨ ਨੇ ਅੰਦਾਜ਼ਾ ਲਾਇਆ ਹੈ ਕਿ ਜੇਕਰ ਕੁਝ ਨਹੀਂ ਬਦਲਿਆ ਤਾਂ ਉੱਤਰ ਅਮਰੀਕੀ ਹਵਾਬਾਜ਼ੀ ਉਦਯੋਗ 2032 ਤੱਕ 30,000 ਪਾਇਲਟਾਂ ਦੀ ਕਮੀ ਦਾ ਸਾਹਮਣਾ ਕਰ ਸਕਦਾ ਹੈ। ਪਾਇਲਟਾਂ ਦੀ ਘਾਟ ਦੇ ਚੱਲਦਿਆਂ 에ਅਰ ਕੈਨੇਡਾ ਨੇ ਕੈਲਗਰੀ ਤੋਂ 6 ਅਹਿਮ ਹਵਾਈ ਰੂਟਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਅਕਤੂਬਰ ਦੇ ਅੰਤ ਤੱਕ ਕੈਲਗਰੀ ਤੋਂ ਓਟਾਵਾ, ਹੈਲੀਫੈਕਸ, ਲਾਸ ਐਂਜਲਸ, ਹੋਨੋਲੁਲੂ, ਕਾਰਕੂਨ ਅਤੇ ਫਰੈਂਕਫਰਟ ਦੀਆਂ ਸਿੱਧੀਆਂ ਉਡਾਣਾਂ ਬੰਦ ਕਰ ਦਿੱਤੀਆਂ ਜਾਣਗੀਆਂ। 에ਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ਪੈਟਰਿਕ ਦਾ ਕਹਿਣਾ ਹੈ ਕਿ ਰੂਟ ਰੱਦ ਕਰਨ ਦਾ ਉਦੇਸ਼ 에ਅਰਲਾਈਨ ਦੀ ਸਮੁੱਚੀ ਸੰਚਾਲਨ ਸਥਿਰਤਾ ਨੂੰ ਬਿਹਤਰ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਖੇਤਰੀ ਪਾਇਲਟਾਂ ਦੀ ਉਦਯੋਗ ਵਿਆਪੀ ਘਾਟ ਦਾ 에ਅਰ ਕੈਨੇਡਾ ਦੇ ਖੇਤਰੀ ਨੈੱਟਵਰਕ ਉੱਤੇ ਲੰਬਾ ਅਸਰ ਪੈਣ ਦੀ ਉਮੀਦ ਹੈ। ਬੁਲਾਰੇ ਨੇ ਕਿਹਾ ਕਿ ਮੌਂਟਰੀਅਲ ਆਧਾਰਿਤ 에ਅਰਲਾਈਨ ਨੂੰ 에ਅਰ ਕੈਨੇਡਾ ਨੂੰ ਪਾਇਲਟਾਂ ਦੀ ਮੌਜੂਦਾ ਘਾਟ ਦੇ ਨਾਲ-ਨਾਲ ਸਪਲਾਈ ਚੇਨ ਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ 에ਅਰਲਾਈਨ ਲਈ ਪੁਰਜ਼ਿਆਂ ਨੂੰ ਪ੍ਰਾਪਤ ਕਰਨਾ ਤੇ ਸਮੇਂ ਤੇ ਹਵਾਈ ਜਹਾਜ਼ ਦਾ ਰੱਖ-ਰਖਾਅ ਪੂਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਉਮਰਦਰਾਜ਼ ਕਾਰਜਬਲ ਅਤੇ ਨਵੀਆਂ ਡਿਸਕਾਊਂਟਡ 에ਅਰਲਾਈਨਾਂ ਦੇ ਤੇਜ਼ੀ ਨਾਲ ਪ੍ਰਸਾਰ ਸਣੇ ਵੱਖ-ਵੱਖ ਕਾਰਾਂ ਦੇ ਕਾਰਨ ਪੂਰੇ ਮਹਾਂਦੀਪ 'ਚ ਕਈ ਸਾਲਾਂ ਤੋਂ ਪਾਇਲਟਾਂ ਦੀ ਕਮੀ ਬਣੀ ਹੋਈ ਹੈ, ਜੋ ਕਿ ਲੇਬਰ ਸਪਲਾਈ ਤੇ ਦਬਾਅ ਪਾ ਰਿਹਾ ਹੈ। ਕੋਵਿਡ-19 ਮਹਾਮਾਰੀ ਨੇ 에ਅਰਲਾਈਨਾਂ ਦੀਆਂ ਪਹਿਲਾਂ ਤੋਂ ਮੌਜੂਦ ਲੇਬਰ ਚੁਣੌਤੀਆਂ ਨੂੰ ਹੋਰ ਵਧਾ ਦਿੱਤਾ ਹੈ। ਦੇਸ਼ ਭਰ 'ਚ ਪਾਇਲਟ ਸਿਖਲਾਈ 'ਚ ਦੇਰੀ ਅਤੇ ਵਿਘਨ ਪੈਦਾ ਕੀਤਾ ਹੈ। ਨਾਲ ਹੀ ਅਨੁਭਵੀ ਪਾਇਲਟਾਂ ਨੂੰ ਕਿਤੇ ਹੋਰ ਵਧੇਰੇ ਨੌਕਰੀ ਸਥਿਰਤਾ ਦੇ ਪੱਖ 'ਚ ਉਦਯੋਗ ਤੋਂ ਬਾਹਰ ਨਿਕਲਣ ਲਈ ਪ੍ਰੇਰਿਤ ਕੀਤਾ ਹੈ। 에ਅਰ ਕੈਨੇਡਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕੈਲਗਰੀ ਅਤੇ ਪੱਛਮੀ ਕੈਨੇਡੀਅਨ ਮਾਰਕੀਟ ਲਈ ਪੂਰੀ ਤਰ੍ਹਾਂ ਵਚਨਬੱਧ ਹੈ। 에ਅਰਲਾਈਨ ਨੇ ਕਿਹਾ ਕਿ ਉਹ ਕੈਲਗਰੀ ਤੋਂ ਲੰਡਨ ਹੀਥਰੋ ਲਈ ਸਿੱਧੀ ਸੇਵਾ ਦੇ ਨਾਲ-ਨਾਲ ਪੂਰੇ ਕੈਨੇਡਾ ਅਤੇ ਅਮਰੀਕਾ ਦੇ ਯਾਤਰੀਆਂ ਲਈ ਸਿੱਧੀ ਸੇਵਾ ਪ੍ਰਦਾਨ ਕਰਨਾ ਜਾਰੀ ਰੱਖੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਹਫ਼ਤੇ ਇੰਡੋਨੇਸ਼ੀਆ, ਸਿੰਗਾਪੁਰ ਤੇ ਭਾਰਤ ਦੇ ਦੌਰੇ ਤੇ ਰਵਾਨਾ ਹੋਣਗੇ। ਇਸ ਯਾਤਰਾ 'ਚ ਭਾਰਤ 'ਚ ਚੱਲ ਰਿਹਾ G20 ਸੰਮੇਲਨ ਵੀ ਸ਼ਾਮਲ ਹੈ। ਚੀਨ ਦੇ ਬਦਲਦੇ ਤੌਰ ਤੇ ਕੈਨੇਡਾ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ 'ਚ ਆਰਥਿਕ ਸਬੰਧਾਂ ਤੇ ਵੀ ਧਿਆਨ ਕੇਂਦਰਿਤ ਕਰ ਰਿਹਾ ਹੈ। ਇੰਡੋਨੇਸ਼ੀਆ ਦੇ ਜਕਾਰਟਾ 'ਚ ਪ੍ਰਧਾਨ ਮੰਤਰੀ ਟਰੂਡੋ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨਸ ਨੇਸ਼ਨਸ ਦੀ ਬੈਠਕ 'ਚ ਸ਼ਾਮਲ ਹੋਣਗੇ, ਜਿੱਥੇ 10 ਦੇਸ਼ਾਂ ਦਾ ਇਹ ਗਰੁੱਪ ਕੈਨੇਡਾ ਨਾਲ ਇੱਕ ਰਣਨੀਤਿਕ ਭਾਈਵਾਲੀ ਸਮਝੌਤਾ ਮਨਜ਼ੂਰ ਕਰੇਗਾ। ਟਰੂਡੋ ਦਾ ਅਗਲਾ ਸਟਾਪ ਸਿੰਗਾਪੁਰ ਹੋਵੇਗਾ, ਜਿੱਥੇ ਉਹ ਸਿੰਗਾਪੁਰ ਦੀ ਸਰਕਾਰ ਅਤੇ ਬਿਜ਼ਨਸ ਲੀਡਰਾਂ ਨਾਲ ਕੈਨੇਡਾ 'ਚ ਨਿਵੇਸ਼ ਵਧਾਉਣ ਅਤੇ ਕੈਨੇਡੀਅਨ ਨਿਰਯਾਤ ਨੂੰ ਹੁਲਾਰਾ ਦੇਣ ਬਾਰੇ ਮੁਲਾਕਾਤ ਕਰਨਗੇ। ਫਿਰ ਟਰੂਡੋ ਭਾਰਤ 'ਚ G20 ਸੰਮੇਲਨ 'ਚ ਹਾਜ਼ਰੀ ਭਰਨਗੇ। ਇਸ ਬੈਠਕ ਦੌਰਾਨ ਉਹ ਜਲਵਾਯੂ ਪਰਿਵਰਤਨ ਤੇ ਸਹਿਯੋਗ, ਗਰੀਬ ਦੇਸ਼ਾਂ ਲਈ ਅੰਤਰਰਾਸ਼ਟਰੀ ਵਿੱਤ ਸੁਧਾਰ ਅਤੇ ਊਰਜਾ ਸੁਰੱਖਿਆ ਤੇ ਧਿਆਨ ਕੇਂਦਰਿਤ ਕਰਨ ਤੇ ਸਹਿਯੋਗ ਬਾਰੇ ਗੱਲਬਾਤ ਦੀ ਯੋਜਨਾ ਬਣਾ ਰਹੇ ਨੇ। ਇੱਕ ਨਿਊਜ਼ ਰਿਲੀਜ਼ ਅਨੁਸਾਰ ਟਰੂਡੋ ਹਰ ਦੇਸ਼ 'ਚ
ਸਿਰਫ 2 ਦਿਨ ਬਿਤਾਉਣਗੇ ਅਤੇ ਫਿਰ ਉਹਨਾਂ ਦੀ ਫੇਰੀ ਵਪਾਰ ਅਤੇ ਕਿਫਾਇਤ ਨੂੰ ਵਧਾਉਣ ਉੱਤੇ ਕੇਂਦਰਿਤ ਹੋਵੇਗੀ। ਕੈਨੇਡਾ ਭਾਰਤ, ਇੰਡੋਨੇਸ਼ੀਆ ਅਤੇ ਏਸੀਅਨ ਨਾਲ ਇੱਕ ਬਲਾਕ ਵਜੋਂ ਵੱਖਰੇ ਵਪਾਰਕ ਸਮਝੌਤਿਆਂ ਲਈ ਗੱਲਬਾਤ ਕਰ ਰਿਹਾ ਹੈ। ਲਿਬਰਲਾਂ ਦਾ ਕਹਿਣਾ ਹੈ ਕਿ G20 ਦੌਰਾਨ ਟਰੂਡੋ ਰੂਸ ਦੀ ਯੂਕਰੇਨ ਤੋਂ ਹਟਣ ਦੀ ਵਕਾਲਤ ਕਰਨਗੇ। ਹਾਲਾਂਕਿ G20 ਦੇ ਬਹੁਤ ਸਾਰੇ ਮੈਂਬਰ ਰੂਸ ਦੀ ਆਲੋਚਨਾ ਨਾ ਕਰਨ ਦੇ ਪੱਖ 'ਚ ਭੁਗਤੇ ਨੇ। G20 ਸੰਮੇਲਨ ਦਾ ਮੇਜ਼ਬਾਨ ਦੇਸ਼ ਭਾਰਤ ਇਸ ਸਾਲ ਦੇ G20 ਸਮਾਗਮਾਂ ਦੌਰਾਨ ਯੂਕਰੇਨ ਦੇ ਮੁੱਦੇ ਤੇ ਗੱਲ ਕਰਨ ਤੋਂ ਸੰਕੋਚ ਕਰਦਾ ਰਿਹਾ ਹੈ। ਭਾਰਤ, ਕੈਨੇਡਾ ਵਰਗੇ ਦੇਸ਼ਾਂ ਦੀ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੂੰ G20 ਸੰਮੇਲਨ 'ਚ ਸ਼ਾਮਲ ਕਰਨ ਦੀ ਬੇਨਤੀ ਨੂੰ ਠੁਕਰਾ ਚੁੱਕਾ ਹੈ। ਲਿਬਰਲਸ ਇਸ ਦੌਰੇ ਨੂੰ ਆਪਣੀ ਇੰਡੋ ਪੈਸੀਫਿਕ ਰਣਨੀਤੀ ਦੇ ਹਿੱਸੇ ਵਜੋਂ ਦਰਸਾ ਰਹੇ ਨੇ। ਨਵੰਬਰ 2022 'ਚ ਜਾਰੀ ਲਿਬਰਲ ਸਰਕਾਰ ਦੀ ਇਸ ਪਾਲਿਸੀ ਦਾ ਟੀਚਾ ਚੀਨ ਤੋਂ ਇਲਾਵਾ ਏਸ਼ੀਆ ਦੇ ਹੋਰ ਦੇਸ਼ਾਂ ਨਾਲ ਨੇੜਲੇ ਆਰਥਿਕ ਤੇ ਰੱਖਿਆ ਸੰਬੰਧ ਮਜ਼ਬੂਤ ਕਰਨਾ ਹੈ। ਕੈਨੇਡਾ ਦੀ ਟ੍ਰੇਡ ਮਿਨਿਸਟਰ ਮੈਰੀ ਇੰਗ ਭਾਰਤ ਨੂੰ ਛੱਡ ਕੇ ਇੰਡੋਨੇਸ਼ੀਆ ਤੇ ਸਿੰਗਾਪੁਰ ਦੌਰੇ 'ਚ ਟਰੂਡੋ ਦੇ ਨਾਲ ਹੋਣਗੇ। ਟੋਰਾਂਟੋ ਦੇ ਨਜ਼ਦੀਕ ਪੈਂਦੇ ਹਾਲਟਨ 'ਚ ਬੁੱਧਵਾਰ ਸਵੇਰੇ ਇੱਕ ਟ੍ਰੇਲਰ 'ਚੋਂ 50 ਲੱਖ ਮਧੂਮੱਖੀਆਂ ਨਾਲ ਭਰੇ ਹੋਏ ਬਕਸੇ ਸੜਕ ਤੇ ਡਿੱਗ ਪਏ। ਇਸ ਕਾਰਨ ਹਰ ਪਾਸੇ ਮਧੂਮੱਖੀਆਂ ਨੇ ਸੜਕ ਦੇ ਆਲੇ-ਦੁਆਲੇ ਹਰ ਥਾਂ ਤੇ ਜਿਵੇਂ ਆਪਣਾ ਕਬਜ਼ਾ ਹੀ ਕਰ ਲਿਆ ਹੋਵੇ। ਘਟਨਾ ਤੋਂ ਬਾਅਦ ਇਸ ਮਗਰੋਂ ਪੁਲਿਸ ਨੇ ਵਾਹਨ ਚਾਲਕਾਂ ਨੂੰ ਚੇਤਾਵਨੀ ਜਾਰੀ ਕੀਤੀ ਕਿ ਉਹ ਇਸ ਇਲਾਕੇ ਵੱਲ ਨਾ ਆਉਣ ਤੇ ਆਪਣੀਆਂ ਗੱਡੀਆਂ ਦੇ ਸ਼ੀਸ਼ੇ ਤੇ ਖਿੜਕੀਆਂ ਬੰਦ ਰੱਖਣ। ਹਾਲਟਨ ਖੇਤਰੀ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਬੁੱਧਵਾਰ ਸਵੇਰੇ ਕਰੀਬ 6:15 ਤੇ ਇੱਕ ਕਾਲ ਆਈ, ਜਿਸ 'ਚ ਇਹ ਜਾਣਕਾਰੀ ਦਿੱਤੀ ਗਈ ਕਿ ਓਨਟਾਰੀਓ ਦੇ ਬਰਲਿੰਗਟਨ 'ਚ ਇੱਕ ਟਰੱਕ 'ਚੋਂ ਮਧੂਮੱਖੀਆਂ ਨਾਲ ਭਰੇ ਬਕਸੇ ਸੜਕ ਤੇ ਡਿੱਗੇ ਪਏ ਨੇ। ਕਾਂਸਟੇਬਲ ਰਿਆਨ ਐਂਡਰਸਨ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਇਹ ਕਿੱਦਾਂ ਹੋਇਆ, ਪਰ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉੱਥੇ ਉਹਨਾਂ ਨੇ ਮਧੂਮੱਖੀਆਂ ਦੇ ਛੱਤੇ ਟ੍ਰੇਲਰ ਤੋਂ ਫਿਸਲ ਕੇ ਸੜਕ ਤੇ ਪੈ ਦੇਖੇ। ਉਹਨਾਂ ਕਿਹਾ ਕਿ ਟ੍ਰੇਲਰ ਚਾਲਕ, ਜਿਹੜਾ ਕਿ ਮੌਕੇ ਤੇ ਮੌਜੂਦ ਸੀ, ਨੂੰ ਮਧੂਮੱਖੀਆਂ ਵੱਲੋਂ ਕਰੀਬ 100 ਡੰਗ ਮਾਰੇ ਗਏ ਕਿਉਂਕਿ ਉਸਨੇ ਮਧੂਮੱਖੀਆਂ ਤੋਂ ਬਚਾਅ ਵਾਲਾ ਸੂਟ ਨਹੀਂ ਪਹਿਨਿਆ ਹੋਇਆ ਸੀ। ਇਸ ਮੌਕੇ ਪੈਰਾਮੈਡਿਕਸ ਵੱਲੋਂ ਉਸ ਦਾ ਇਲਾਜ ਕੀਤਾ ਗਿਆ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ ਨੋਟਿਸ ਜਾਰੀ ਕੀਤਾ ਅਤੇ ਕਰੀਬ 1 ਘੰਟੇ ਬਾਅਦ ਕਈ ਮਧੂਮੱਖੀ ਪਾਲਕਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਤੇ ਮਦਦ ਦੀ ਪੇਸ਼ਕਸ਼ ਕੀਤੀ। ਐਂਡਰਸਨ ਨੇ ਕਿਹਾ ਕਿ ਅਖੀਰ 6 ਜਾਂ 7 ਮਧੂਮੱਖੀ ਪਾਲਕ ਘਟਨਾ ਵਾਲੀ ਥਾਂ ਤੇ ਪਹੁੰਚੇ। ਪੁਲਿਸ ਮੁਤਾਬਕ ਲਗਭਗ ਸਵੇਰੇ 9:15 ਤੱਕ 50 ਲੱਖ ਮਧੂਮੱਖੀਆਂ 'ਚੋਂ ਵਧੇਰੇ ਨੂੰ ਸੁਰੱਖਿਅਤ ਰੂਪ ਨਾਲ ਇਕੱਠਾ ਕਰ ਲਿਆ ਗਿਆ ਸੀ ਅਤੇ ਬਕਸਿਆਂ ਨੂੰ ਮੌਕੇ ਤੋਂ ਬਾਹਰ ਕੱਢ ਲਿਆ ਗਿਆ ਸੀ। ਉੱਥੇ ਹੀ ਕੁਝ ਬਕਸੇ ਛੱਡ ਦਿੱਤੇ ਗਏ ਸਨ ਤਾਂ ਕਿ ਜਿਹੜੀਆਂ ਮਧੂਮੱਖੀਆਂ ਨਹੀਂ ਫੜੀਆਂ ਗਈਆਂ ਉਹਨਾਂ ਨੂੰ ਫੜਿਆ ਜਾ ਸਕੇ। ਜੰਗਲ ਦੀ ਅੱਗ ਦੇ ਚੱਲਦਿਆਂ ਉੱਤਰੀ ਪੱਛਮੀ ਪ੍ਰਦੇਸ਼ਾਂ 'ਚ ਐਮਰਜੈਂਸੀ ਦੀ ਸਥਿਤੀ ਨੂੰ 11 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ ਤੇ ਇੱਥੋਂ ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਉਹ ਆਪਣੇ ਘਰਾਂ ਤੋਂ ਨਿਕਲਣ ਲਈ ਮਜਬੂਰ ਲੋਕਾਂ ਦੀ ਨਿਰਾਸ਼ਾ ਨੂੰ ਸਮਝਦੀ ਹੈ। ਪ੍ਰੀਮੀਅਰ ਕੈਰੋਲੀਨ ਕੋਚਰੇਨ ਨੇ ਕਿਹਾ ਕਿ ਜਿਵੇਂ ਹੀ ਸਭ ਕੁਝ ਠੀਕ ਹੁੰਦਾ ਹੈ ਉਦੋਂ ਕੁਝ ਦਿਨਾਂ 'ਚ ਲੋਕਾਂ ਦੀ ਘਰ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਖੇਤਰੀ ਸਰਕਾਰ ਨੇ 15 ਅਗਸਤ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਸੀ ਕਿਉਂਕਿ ਜੰਗਲ ਦਾ ਅੱਗ ਰਾਜਧਾਨੀ ਯੈਲੋਨਾਈਫ ਸਮੇਤ ਕਈ ਭਾਈਚਾਰਿਆਂ 'ਚ ਖਤਰਾ ਮੰਡਰਾ ਰਿਹਾ ਸੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਆਮ ਆਬਾਦੀ ਦੀ ਵਾਪਸੀ ਦਾ ਰਾਹ ਪੱਧਰਾ ਕਰਨ ਲਈ ਜ਼ਰੂਰੀ ਕਰਮਚਾਰੀਆਂ ਨੂੰ ਯੈਲੋਨਾਈਫ ਵਾਪਸ ਬੁਲਾਇਆ ਜਾ ਰਿਹਾ ਸੀ, ਪਰ ਸੜਕ ਰਾਹੀਂ ਵਾਪਸ ਆਉਣ ਨਾਲ ਜੁੜੇ ਅੱਗ ਦੇ ਜ਼ੋਖਮ 'ਚ ਸੰਭਾਵਿਤ ਵਾਧੇ ਕਾਰਨ ਬੁੱਧਵਾਰ ਨੂੰ ਵਾਪਸੀ ਨੂੰ ਅੰਸ਼ਕ ਤੌਰ ਤੇ ਰੋਕ ਦਿੱਤਾ ਗਿਆ ਸੀ। ਜੰਗਲ ਦੀ ਅੱਗ ਦੇ ਚੱਲਦਿਆਂ ਉੱਤਰੀ ਪੱਛਮੀ ਪ੍ਰਦੇਸ਼ਾਂ 'ਚ ਐਮਰਜੈਂਸੀ ਦੀ ਸਥਿਤੀ ਨੂੰ 11 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ ਤੇ ਇੱਥੋਂ ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਉਹ ਆਪਣੇ ਘਰਾਂ ਤੋਂ ਨਿਕਲਣ ਲਈ ਮਜਬੂਰ ਲੋਕਾਂ ਦੀ ਨਿਰਾਸ਼ਾ ਨੂੰ ਸਮਝਦੀ ਹੈ। ਪ੍ਰੀਮੀਅਰ ਕੈਰੋਲੀਨ ਕੋਚਰੇਨ ਨੇ ਬੁੱਧਵਾਰ ਨੂੰ ਫੈਡਰਲ ਮੰਤਰੀਆਂ ਰੈਂਡੀ ਬੋਇਸੋਨੌਲਟ ਅਤੇ ਡੈਨ ਵੈਂਡਲ, ਅਲਬਰਟਾ ਦੇ ਜੰਗਲਾਤ ਮੰਤਰੀ ਟੌਡ ਲੋਵੇਨ ਅਤੇ ਫੈਡਰਲ ਮੰਤਰੀਆਂ ਦੇ ਨਾਲ ਐਡਮਿੰਟਨ ਨਿਕਾਸੀ ਕੇਂਦਰ ਦੇ ਦੌਰੇ ਤੋਂ ਬਾਅਦ ਬੋਲਦਿਆਂ ਕਿਹਾ, ਮੈਂ ਵੀ ਘਰ ਜਾਣਾ ਚਾਹੁੰਦੀ ਹਾਂ, ਅਸੀਂ ਸਾਰੇ ਘਰ ਜਾਣਾ ਚਾਹੁੰਦੇ ਹਾਂ, ਇਸ ਨੂੰ ਕੱਢਣਾ ਔਖਾ ਹੈ। ਕੋਚਰੇਨ ਨੇ ਕਿਹਾ ਕਿ ਅਸੀਂ ਅੱਗ ਤੇ ਕਾਬੂ ਨਹੀਂ ਪਾ ਸਕਦੇ, ਅਸੀਂ ਹਵਾ ਅਤੇ ਤਾਪਮਾਨ ਨੂੰ ਕੰਟਰੋਲ ਨਹੀਂ ਕਰ ਸਕਦੇ, ਇਸ ਲਈ ਸਾਡੇ ਕੋਲ ਅਜੇ ਵੀ ਉੱਤਰ 'ਚ ਉੱਚ ਤਾਪਮਾਨ ਹੈ। ਉਹਨਾਂ ਅੱਗੇ ਕਿਹਾ ਕਿ ਜਿਵੇਂ ਹੀ ਸਭ ਕੁਝ ਠੀਕ ਹੁੰਦਾ ਹੈ ਉਦੋਂ ਕੁਝ ਦਿਨਾਂ 'ਚ ਲੋਕਾਂ ਦੀ ਘਰ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਖੇਤਰੀ ਸਰਕਾਰ ਨੇ 15 ਅਗਸਤ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਕਿਉਂਕਿ ਜੰਗਲੀ ਅੱਗ ਰਾਜਧਾਨੀ ਯੈਲੋਨਾਈਫ ਸਮੇਤ ਕਈ ਭਾਈਚਾਰਿਆਂ 'ਚ ਖਤਰਾ ਮੰਡਰਾ ਰਿਹਾ ਸੀ। ਇਸ ਕਦਮ ਦਾ ਉਦੇਸ਼ ਸਰਕਾਰ ਨੂੰ ਜੰਗਲੀ ਅੱਗ ਦੇ ਇਸ ਮੌਸਮ ਦੌਰਾਨ
ਵਸਨੀਕਾਂ ਦੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਲਈ ਲੋੜੀਂਦੇ ਸਰੋਤਾਂ ਨੂੰ ਇਕੱਠੇ ਕਰਨ ਦੀ ਆਗਿਆ ਦੇਣਾ ਸੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਆਮ ਆਬਾਦੀ ਦੀ ਵਾਪਸੀ ਦਾ ਰਾਹ ਪੱਧਰਾ ਕਰਨ ਲਈ ਜ਼ਰੂਰੀ ਕਰਮਚਾਰੀਆਂ ਨੂੰ ਯੈਲੋ ਨਾਈਫ ਵਾਪਸ ਬੁਲਾਇਆ ਜਾ ਰਿਹਾ ਸੀ, ਪਰ ਸੜਕ ਰਾਹੀਂ ਵਾਪਸ ਆਉਣ ਨਾਲ ਜੁੜੇ ਜ਼ੋਖਮ ਦੇਖ ਕੇ ਸੰਭਾਵਿਤ ਵਾਧੇ ਕਾਰਨ ਬੁੱਧਵਾਰ ਨੂੰ ਵਾਪਸੀ ਨੂੰ ਅੰਸ਼ਕ ਤੌਰ ਤੇ ਰੋਕ ਦਿੱਤਾ ਗਿਆ। ਖੇਤਰ ਨੇ ਕਿਹਾ ਕਿ ਸ਼ੁੱਕਰਵਾਰ ਅਤੇ ਐਤਵਾਰ ਦੇ ਵਿਚਕਾਰ ਤੇਜ਼ ਹਵਾਵਾਂ ਕਾਰਨ ਹਾਈਵੇ 1 ਦੇ ਨਜ਼ਦੀਕ ਅੱਗ ਹੋਰ ਤੇਜ਼ ਹੋਣ ਦੀ ਉਮੀਦ ਹੈ ਤੇ ਨਾਲ ਹੀ ਇਸ ਦੌਰਾਨ ਹਾਈਵੇ ਤੇ ਹਰ ਤਰ੍ਹਾਂ ਦੀ ਆਵਾਜਾਈ ਦੇ ਬੰਦ ਰਹਿਣ ਦੀ ਉਮੀਦ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜ਼ਰੂਰੀ ਸਿਹਤ ਕਰਮਚਾਰੀਆਂ ਦੀ ਵਾਪਸੀ ਹਵਾਈ ਮਾਰਗ ਰਾਹੀਂ ਜਾਰੀ ਰਹੇਗੀ। ਅਧਿਕਾਰੀਆਂ ਨੇ ਕਿਹਾ ਕਿ ਯੈਲੋ ਨਾਈਫ ਦੇ ਬਾਹਰ ਅੱਗ ਅਜੇ ਵੀ ਲੱਗੀ ਹੋਈ ਹੈ ਤੇ ਸ਼ਹਿਰ 'ਚ ਅੱਗ ਦਾ ਖਤਰਾ ਘਟ ਗਿਆ ਹੈ, ਪਰ ਇੱਥੋਂ ਦੇ ਵਸਨੀਕਾਂ ਦਾ ਅਜੇ ਵੀ ਵਾਪਸ ਪਰਤਣਾ ਸੁਰੱਖਿਅਤ ਨਹੀਂ ਹੈ। ਖੇਤਰ ਦੀ ਲਗਭਗ 70% ਆਬਾਦੀ ਨੇ, ਜਿਨ੍ਹਾਂ 'ਚ 20,000 ਯੈਲੋ ਨਾਈਫ ਵਾਸੀ ਨੇ, ਖਤਰਾ ਘਟਣ ਤੱਕ ਅਲਬਰਟਾ ਤੇ ਹੋਰ ਥਾਵਾਂ ਤੇ ਸ਼ਰਨ ਲਈ ਹੋਈ ਹੈ। ਪ੍ਰੀਮੀਅਰ ਕੋਚਰੇਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਬਿਜਲੀ, ਹਵਾਈ ਅੱਡੇ, ਹਸਪਤਾਲ, ਕਰਿਆਨੇ ਦੀਆਂ ਦੁਕਾਨਾਂ ਅਤੇ ਗੈਸ ਸਟੇਸ਼ਨ ਠੀਕ ਤਰੀਕੇ ਨਾਲ ਕੰਮ ਕਰ ਰਹੇ ਨੇ ਤੇ ਫਿਰ ਅਸੀਂ ਲੋਕਾਂ ਨੂੰ ਘਰ ਲਿਆਵਾਂਗੇ। ਉਹਨਾਂ ਨੇ ਪੁਸ਼ਟੀ ਕੀਤੀ ਕਿ ਪੁਲਿਸ ਅਜੇ ਵੀ ਵਾਪਸ ਆ ਰਹੇ ਵਸਨੀਕਾਂ ਨੂੰ ਵਾਪਸ ਭੇਜ ਰਹੀ ਹੈ। ਦੱਸ ਦਈਏ ਕਿ ਕੈਨੇਡੀਅਨ ਆਰਮਡ ਫੋਰਸਿਸ ਦੇ ਲਗਭਗ 300 ਮੈਂਬਰ ਉੱਤਰੀ ਪੱਛਮੀ ਪ੍ਰਦੇਸ਼ਾਂ 'ਚ ਅੱਗ ਬੁਝਾਉਣ 'ਚ ਮਦਦ ਕਰ ਰਹੇ ਨੇ। ਪਬਲਿਕ ਸੇਫਟੀ ਕੈਨੇਡਾ, ਆਰਮਡ ਫੋਰਸਿਸ ਤੇ ਟੈਰੀਟੋਰੀਅਲ ਅਥਾਰਟੀਆਂ ਵੱਲੋਂ ਅਗਲੇਰੇ ਮੁਲਾਂਕਣ ਲਈ ਲੰਬਿਤ ਐਕਸਟੈਂਸ਼ਨਾਂ ਦੇ ਨਾਲ 5 ਸਤੰਬਰ ਤੱਕ ਮਿਲਟਰੀ ਸਹਾਇਤਾ ਪ੍ਰਦਾਨ ਕੀਤੀ ਜਾਣੀ ਤੈਅ ਹੈ। ਕੈਨੇਡਾ ਦੇ ਕੰਪੀਟੀਸ਼ਨ ਟ੍ਰਿਬਿਊਨਲ ਨੇ ਕੰਪੀਟੀਸ਼ਨ ਬਿਊਰੋ ਨੂੰ ਹੁਕਮ ਦਿੱਤੇ ਨੇ ਕਿ ਉਹ ਰੌਜਰਜ਼ ਕਮਿਊਨੀਕੇਸ਼ਨ ਅਤੇ ਸ਼ਾਅ ਕਮਿਊਨੀਕੇਸ਼ਨ ਨੂੰ $13 ਮਿਲੀਅਨ ਦਾ ਭੁਗਤਾਨ ਕਰੇ। ਟੈਲੀਕਾਮ ਕੰਪਨੀਆਂ ਦੇ ਰਲੇਵੇਂ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਲੰਬੀ ਅਦਾਲਤੀ ਲੜਾਈ ਲਈ ਕੰਪੀਟੀਸ਼ਨ ਬਿਊਰੋ ਨੂੰ ਰੌਜਰਜ਼ ਕਮਿਊਨੀਕੇਸ਼ਨ ਨੂੰ ਇਹ ਭੁਗਤਾਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ। 28 ਅਗਸਤ ਨੂੰ ਜਾਰੀ ਆਪਣੇ ਫੈਸਲੇ 'ਚ ਕੰਪੀਟੀਸ਼ਨ ਟ੍ਰਿਬਿਊਨਲ ਨੇ ਕਿਹਾ ਕਿ ਕੰਪੀਟੀਸ਼ਨ ਕਮਿਸ਼ਨਰ ਮੈਥਿਊ ਬੌਸਵੈਲ ਦੀ ਰਲੇਵੇਂ ਨੂੰ ਰੋਕਣ ਦੀ ਅਪਰੋਚ ਗੈਰ ਵਾਜਬ ਸੀ। ਕੰਪਨੀਆਂ ਦਾ ਕਹਿਣਾ ਸੀ ਕਿ ਬੌਸਵੈਲ ਨੇ ਮੁਕੱਦਮੇ ਦੌਰਾਨ ਇੱਕ ਬੇਲੋੜੀ ਵਿਵਾਦਪੂਰਨ ਪਹੁੰਚ ਅਪਣਾਈ, ਜਿਸ ਨਾਲ ਉਹਨਾਂ ਦੀਆਂ ਲਾਗਤਾਂ 'ਚ ਮਹੱਤਵਪੂਰਨ ਵਾਧਾ ਹੋਇਆ। ਰੌਜਰਜ਼ ਅਤੇ ਸ਼ਾਅ ਦੇ ਰਲੇਵੇਂ ਨੂੰ ਕੈਨੇਡਾ ਦੇ ਕੰਪੀਟੀਸ਼ਨ ਬਿਊਰੋ ਹੱਥੋਂ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਡੀਲ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਕੰਪੀਟੀਸ਼ਨ ਟ੍ਰਿਬਿਊਨਲ ਅਤੇ ਇੱਕ ਕੈਨੇਡੀਅਨ ਅਦਾਲਤ ਨੇ ਰੱਦ ਕਰ ਦਿੱਤਾ ਸੀ। ਬਿਊਰੋ ਦੀ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਇਹ ਡੀਲ ਮੁਲਕ 'ਚ ਮੁਕਾਬਲੇਬਾਜ਼ੀ ਨੂੰ ਘਟਾ ਦੇਵੇਗੀ, ਜਿੱਥੇ ਵਾਇਰਲੈਸ ਸੇਵਾਵਾਂ ਪਹਿਲਾਂ ਹੀ ਦੁਨੀਆ ਵਿੱਚ ਸਭ ਤੋਂ ਵੱਧ ਮਹਿੰਗੀਆਂ ਨੇ। ਮਾਰਚ 'ਚ ਕੈਨੇਡਾ ਨੇ ਕੁਝ ਬੰਧਨਬੱਧ ਵਚਨਬੱਧਤਾਵਾਂ ਨੂੰ ਸੁਰੱਖਿਅਤ ਕਰਦਿਆਂ ਰੌਜਰਜ਼ ਦੁਆਰਾ ਸ਼ਾਅ ਕਮਿਊਨੀਕੇਸ਼ਨ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਸੀ। ਵਚਨਬੱਧਤਾਵਾਂ ਤਹਿਤ ਜੇਕਰ ਕੰਪਨੀ ਨਵੀਆਂ ਨੌਕਰੀਆਂ ਪੈਦਾ ਕਰਨ ਅਤੇ ਆਪਣੇ ਨੈੱਟਵਰਕ ਦੇ ਵਿਸਥਾਰ ਲਈ ਨਿਵੇਸ਼ ਕਰਨ 'ਚ ਅਸਫਲ ਰਹਿੰਦੀ ਹੈ ਤਾਂ ਉਹ ਵਿੱਤ ਜੁਰਮਾਨੇ ਦੀ ਵੀ ਪਾਤਰ ਹੋਵੇਗੀ। ਵਿਕਾਸ ਲਈ ਗ੍ਰੀਨ ਬੈਲਟ ਤੋਂ ਸਰਕਾਰ ਵੱਲੋਂ ਜ਼ਮੀਨ ਹਟਾਏ ਜਾਣ ਉੱਤੇ ਓਨਟਾਰੀਓ ਦੇ ਹਾਊਸਿੰਗ ਮੰਤਰੀ ਵੱਲੋਂ ਐਥਿਕਸ ਨਿਯਮਾਂ ਦੀ ਉਲੰਘਣਾ ਕੀਤੀ ਗਈ। ਬੁੱਧਵਾਰ ਨੂੰ ਪ੍ਰੋਵਿੰਸ ਦੇ ਇੰਟੀਗ੍ਰਿਟੀ ਕਮਿਸ਼ਨਰ ਵੱਲੋਂ ਇਹ ਖੁਲਾਸਾ ਆਪਣੀ ਰਿਪੋਰਟ 'ਚ ਕੀਤਾ ਗਿਆ। ਇੰਟੀਗ੍ਰਿਟੀ ਕਮਿਸ਼ਨਰ ਜੇ ਡੇਵਿਡ ਵੇਕ ਨੇ ਪਾਇਆ ਕਿ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਮੈਂਬਰਸ ਇੰਟੀਗ੍ਰਿਟੀ ਐਕਟ ਦੇ 2 ਸੈਕਸ਼ਨਸ ਦੀ ਉਲੰਘਣਾ ਕੀਤੀ। ਇਸ ਐਕਟ ਤਹਿਤ ਸਿਆਸਤਦਾਨਾਂ ਦੇ ਐਥਿਕਸ, ਕਨਫਲਿਕਟ ਆਫ ਇੰਟਰਸਟ ਰੂਲਸ ਤੇ ਅੰਦਰੂਨੀ ਜਾਣਕਾਰੀ ਸੰਬੰਧੀ ਨਿਯਮ ਸ਼ਾਮਲ ਨੇ। ਵੇਕ ਨੇ ਆਖਿਆ ਕਿ ਕਲਾਰਕ ਜ਼ਮੀਨ ਦੀ ਚੋਣ ਕਰਨ ਦੀ ਪ੍ਰਕਿਰਿਆ 'ਚ ਅਸਫਲ ਰਹੇ, ਜਿਸ ਕਾਰਨ ਕਈ ਡਿਵੈਲਪਰਸ ਦੇ ਨਿੱਜੀ ਹਿੱਤਾਂ ਦੀ ਪੂਰਤੀ ਹੋਈ। ਵੇਕ ਨੇ ਲਿਖਿਆ ਕਿ ਉਹਨਾਂ ਵੱਲੋਂ ਓਨਟਾਰੀਓ ਦੀ ਵਿਧਾਨ ਸਭਾ ਨੂੰ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਉਹ ਇਸ ਐਕਟ ਦੀ ਪਾਲਣਾ ਕਰਨ 'ਚ ਅਸਫਲ ਰਹਿਣ ਉੱਤੇ ਮੰਤਰੀ ਕਲਾਰਕ ਨੂੰ ਫਟਕਾਰ ਲਾਵੇ। ਦੂਜੇ ਪਾਸੇ ਕਲਾਰਕ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਹ ਉਣਤਾਈਆਂ ਦੇ ਬਾਵਜੂਦ ਇੰਟੀਗ੍ਰਿਟੀ ਕਮਿਸ਼ਨਰ ਦੀਆਂ ਲੱਭਤਾਂ ਨੂੰ ਸਵੀਕਾਰ ਕਰਦੇ ਨੇ। ਉਹਨਾਂ ਆਖਿਆ ਕਿ ਇਸ ਪ੍ਰਕਿਰਿਆ 'ਚ ਗਲਤੀਆਂ ਹੋਈਆਂ ਹੋਣਗੀਆਂ, ਪਰ ਇਹ ਜਾਣਬੁੱਝ ਕੇ ਨਹੀਂ ਕੀਤੀਆਂ ਗਈਆਂ। ਇਸ ਦੌਰਾਨ ਪ੍ਰੀਮੀਅਰ ਡਗ ਫੋਰਡ ਨੇ ਬਿਆਨ ਜਾਰੀ ਕਰਕੇ ਆਖਿਆ ਕਿ ਕਲਾਰਕ ਆਪਣੇ ਅਹੁਦੇ ਤੇ ਬਣੇ ਰਹਿਣਗੇ। ਫੈਡਰੇਸ਼ਨ ਆਫ ਕੈਨੇਡੀਅਨ ਮਿਊਨਿਸਪੈਲਿਟੀਜ਼ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਬਰੈਂਪਟਨ ਰੀਜਨਲ ਕਾਉਂਸਲਰ ਰੋਵੇਨਾ ਸੈਂਟੋਜ਼ ਨੂੰ ਮਿਊਨਿਸਪਲ ਫਾਈਨਾਂਸ, ਇਨਫਰਾਸਟ੍ਰਕਚਰ ਐਂਡ ਟਰਾਂਸਪੋਰਟੇਸ਼ਨ 2023-2024 ਦੀ ਸਟੈਂਡਿੰਗ ਕਮੇਟੀ ਦਾ ਚੇਅਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੂੰ FCM ਦੇ ਪ੍ਰੈਜ਼ੀਡੈਂਟ ਸਕਾਟ ਪੀਅਰਸ ਵੱਲੋਂ ਨਿਯੁਕਤ ਕੀਤਾ ਗਿਆ।
FCM ਦੀ ਸਟੈਂਡਿੰਗ ਕਮੇਟੀ ਮਿਊਨਿਸਪਲ ਫਾਈਨਾਂਸ, ਇਨਫਰਾਸਟ੍ਰਕਚਰ ਅਤੇ ਟਰਾਂਸਪੋਰਟੇਸ਼ਨ ਦਾ ਬਹੁਤਾ ਧਿਆਨ ਇਨਫਰਾਸਟ੍ਰਕਚਰ, ਪਬਲਿਕ ਟ੍ਰਾਂਜ਼ਿਟ, ਮੋਬਿਲਿਟੀ, ਟਰਾਂਸਪੋਰਟੇਸ਼ਨ, ਟੈਲੀਕਮਿਊਨੀਕੇਸ਼ਨ, ਫਾਈਨਾਂਸ ਤੇ ਪ੍ਰੋਕਿਉਰਮੈਂਟ, ਕੌਮਾਂਤਰੀ ਵਪਾਰ ਤੇ ਮਿਊਨਿਸਪਲ ਫਾਈਨਾਂਸ ਤੇ ਆਟੋਨਮੀ ਉੱਤੇ ਕੇਂਦਰਿਤ ਰਹਿੰਦਾ ਹੈ। ਸਿਟੀ ਆਫ ਬਰੈਂਪਟਨ ਦੀਆਂ ਫੈਡਰਲ ਤਰਜੀਹਾਂ ਕਮੇਟੀ ਦੀਆਂ ਤਰਜੀਹਾਂ ਨਾਲ ਕਾਫੀ ਮੇਲ ਖਾਂਦੀਆਂ ਨੇ। ਬਰੈਂਪਟਨ ਤੇ ਕੈਨੇਡੀਅਨ ਮਿਊਨਿਸਪੈਲਿਟੀਜ਼ ਦੇ ਪੱਖ ਉੱਤੇ ਫੈਡਰਲ ਪੱਧਰ ਤੇ ਸਿਟੀ ਦੀ ਪੈਰਵਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਇਸ ਕਮੇਟੀ ਦਾ ਮੁੱਖ ਮਕਸਦ ਨਵੇਂ ਮਿਊਨਿਸਪਲ ਗਰੋਥ ਫਰੇਮਵਰਕ ਦਾ ਨਿਰਮਾਣ ਕਰਨਾ ਹੈ। ਬਰੈਂਪਟਨ ਵਰਗੀਆਂ ਮਿਊਨਿਸਪੈਲਿਟੀਜ਼ ਕੈਨੇਡਾ ਦੇ ਪਬਲਿਕ ਇਨਫਰਾਸਟ੍ਰਕਚਰ ਦਾ 60% ਤੋਂ ਵੱਧ ਮੈਨੇਜ ਕਰਦੀਆਂ ਨੇ, ਪਰ ਉਹਨਾਂ ਨੂੰ ਇਕੱਠੇ ਕੀਤੇ ਜਾਣ ਵਾਲੇ ਹਰੇਕ ਟੈਕਸ ਡਾਲਰ ਦਾ 8 ਤੇ 10 ਸੈਂਟ ਹੀ ਮਿਲਦਾ ਹੈ। ਇਸ ਤੋਂ ਪਹਿਲਾਂ ਕਾਉਂਸਲਰ ਸੈਂਟੋਜ਼ ਮਿਊਨਿਸਪਲ ਫਾਈਨਾਂਸ, ਇਨਫਰਾਸਟ੍ਰਕਚਰ ਤੇ ਟਰਾਂਸਪੋਰਟੇਸ਼ਨ ਬਾਰੇ ਸਟੈਂਡਿੰਗ ਕਮੇਟੀ ਦੀ 3 ਸਾਲ ਤੱਕ ਮੈਂਬਰ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਐਂਟੀ ਰੇਸਿਜ਼ਮ ਤੇ ਇਕੁਇਟੀ ਦੀ ਸਟੈਂਡਿੰਗ ਕਮੇਟੀ ਦੀ 2 ਕਾਰਜਕਾਲ ਵਾਸਤੇ ਵਾਈਸ ਚੇਅਰ ਰਹੀ ਹੈ। ਇਸ ਦੇ ਨਾਲ ਹੀ ਮਿਊਨਿਸਪਲ ਗਵਰਨਮੈਂਟ 'ਚ ਮਹਿਲਾਵਾਂ ਦੀ ਵਧੇਰੇ ਹਿੱਸੇਦਾਰੀ ਲਈ ਸਟੈਂਡਿੰਗ ਕਮੇਟੀ ਦੀ ਮੈਂਬਰ ਵੀ ਰਹੀ ਹੈ। ਆਪਣੇ ਨਵੇਂ ਅਹੁਦੇ ਦੇ ਨਾਲ ਕਾਉਂਸਲਰ ਸੈਂਟੋਜ਼ ਐਂਟੀ ਰੇਸਿਜ਼ਮ ਤੇ ਇਕੁਇਟੀ ਦੀ ਸਟੈਂਡਿੰਗ ਕਮੇਟੀ ਦੀ ਮੈਂਬਰ ਵੀ ਰਹੇਗੀ। ਓਨਟਾਰੀਓ ਦੇ ਕੈਲੇਡਨ 'ਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸ਼ਾਮੀ 4 ਵਜੇ ਦੇ ਕਰੀਬ ਚਾਰਲਸਟਨ ਸਾਈਡ ਰੋਡ ਨੇੜੇ 에ਅਰਪੋਰਟ ਰੋਡ ਤੇ 2 ਵਾਹਨਾਂ ਵਿਚਾਲੇ ਹੋਈ ਟੱਕਰ ਦੀ ਸੂਚਨਾ ਮਿਲੀ। OPP ਨੇ ਦੱਸਿਆ ਕਿ 에ਅਰਪੋਰਟ ਰੋਡ ਨੂੰ ਹਾਈਵੇ 9 ਤੋਂ ਚਾਰਲਸਟਨ ਸਾਈਡ ਰੋਡ ਤੱਕ ਬੰਦ ਕਰ ਦਿੱਤਾ ਗਿਆ ਹੈ ਤੇ ਜਾਂਚ ਪੂਰੀ ਹੋਣ ਤੱਕ ਇਹ ਬੰਦ ਰਹੇਗਾ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਚਾਲਕ ਜਿਹੜੇ ਵਾਹਨਾਂ 'ਚ ਇਕੱਲੇ ਸਵਾਰ ਸਨ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਪੀੜਤਾਂ ਦੀ ਪਹਿਚਾਣ ਅਜੇ ਜਾਰੀ ਨਹੀਂ ਕੀਤੀ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵੱਲੋਂ ਘੱਟੋ-ਘੱਟ 20 ਬ੍ਰਾਂਡਸ ਦੇ એનર્ਜੀ ਡਰਿੰਕਸ ਨੂੰ ਵਾਪਸ ਸੱਦਿਆ ਗਿਆ ਹੈ। ਏਜੰਸੀ ਵੱਲੋਂ ਇਹਨਾਂ ਡਰਿੰਕਸ ਨੂੰ ਜੁਲਾਈ 'ਚ ਇਸ ਲਈ ਵਾਪਸ ਮੰਗਵਾਉਣਾ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਇਹਨਾਂ ਵਿੱਚ ਕੈਫੀਨ ਦੀ ਮਾਤਰਾ ਸਹੀ ਨਹੀਂ ਸੀ ਤੇ ਨਾ ਹੀ ਇਹਨਾਂ ਦੇ ਉੱਤੇ ਲੱਗੇ ਲੇਬਲ 2 ਭਾਸ਼ਾਵਾਂ ਦੀ ਸ਼ਰਤ ਨੂੰ ਪੂਰਾ ਕਰਦੇ ਸਨ। ਪਿਛਲੇ ਕੁਝ ਦਿਨਾਂ ਵਿੱਚ ਸੋਨਿਕ ਦਾ ਹੈਜਹੌਗ, ਟੌਕਸਿਕ ਰਿਕ ਅਤੇ ਲਿਕੁਇਡ ਰੇਜ ਵੀ ਉਹਨਾਂ ਬ੍ਰਾਂਡ 'ਚ ਸ਼ਾਮਲ ਨੇ ਜਿਨ੍ਹਾਂ ਨੂੰ ਵਾਪਸ ਮੰਗਵਾਇਆ ਗਿਆ ਹੈ। ਕੈਫੀਨ ਵਾਲੇ ਹੋਰਨਾਂ ਡਰਿੰਕਸ 'ਚ ਮੌਨਸਟਰ ਤੇ ਪ੍ਰਾਈਮ ਵੀ ਸ਼ਾਮਲ ਨੇ। ਮੰਗਲਵਾਰ ਨੂੰ ਜਾਰੀ ਕੀਤੇ ਗਏ ਨੋਟਿਸ 'ਚ ਆਖਿਆ ਗਿਆ ਕਿ ਲੋਕਾਂ ਨੂੰ ਵਾਪਸ ਮੰਗਵਾਏ ਗਏ ਡਰਿੰਕਸ ਦੀ ਨਾ ਹੀ ਖਪਤ ਕਰਨੀ ਚਾਹੀਦੀ ਹੈ ਤੇ ਨਾ ਹੀ ਇਹ ਵੇਚਣੇ ਜਾਂ ਸਰਵ ਕਰਨੇ ਚਾਹੀਦੇ ਆ। ਹੈਲਥ ਕੈਨੇਡਾ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਕੈਫੀਨ ਦੀ ਵੱਧ ਮਾਤਰਾ ਨਾਲ ਸਿਹਤ ਉੱਤੇ ਮਾੜਾ ਅਸਰ ਪੈ ਸਕਦਾ ਹੈ, ਖਾਸ ਤੌਰ ਤੇ ਬੱਚਿਆਂ, ਗਰਭਵਤੀ ਔਰਤਾਂ ਜਾਂ ਦੁੱਧ ਪਿਆਉਣ ਵਾਲੀਆਂ ਮਾਵਾਂ ਉੱਤੇ ਇਸ ਦਾ ਮਾੜਾ ਅਸਰ ਜਲਦ ਪੈ ਸਕਦਾ ਹੈ। ਵੱਧ ਕੈਫੀਨ ਲੈਣ ਨਾਲ ਨੀਂਦ ਨਾ ਆਉਣਾ, ਚਿੜਚਿੜਾਪਨ, ਸਿਰ ਦਰਦ ਅਤੇ ਬੌਖਲਾਹਟ ਹੋ ਸਕਦੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।